हेलो स्टूडेंट्स, अज आप करांगे चैप्टर नंबर 3 दैट इज़ टिश्यूज़। ये सारा चैप्टर टिश्यूज़ के बारे होएगा, बोथ प्लांट एंड एनिमल टिश्यूज़। फर्स्ट ऑफ ऑल विल डिस्कस द डेफिनेशन ऑफ टिश्यूज़। अ सिंगल सेल वर्किंग ऑन इट्स ओन वुड अचीव वेरी लिटल इनसाइड एनी एनिमल और प्लांट। देखा जाए कि अगर सिंगल सैल वर्क करे किसी भी एनिमल के अंदर या प्लांट के अंदर तो वो बहुत थोड़ी आउटकम लैके आएगा। सो मैनी सिमिलर सैल्स लाइंग साइड बाय साइड वर्क टुगैदर एज अ टीम टू परफॉर्म द सेम फंक्शन। सो इस करके बहुत सारे सैल्स की है इकट्ठे होके एज अ टीम वर्क करते हैं एक सिंगल टारगेट नू अचीव करन दे लई, एक सिंगल फंक्शन नू परफॉर्म करन दे लई। ਇਹ ਗਰੁੱਪਸ ਨੂੰ ਕੀ ਕਿਹਾ ਜਾਂਦਾ ਹੈ? ਟਿਸ਼ੂਜ਼। ਇਹ ਜਿਹੜੇ ਗਰੁੱਪ ਆਫ ਸੈਲਸ ਨੇ ਉਹਨਾਂ ਨੂੰ ਟਿਸ਼ੂਜ਼ ਕਿਹਾ ਜਾਂਦਾ। ਵੀਲ ਡਿਸਕ੍ਰਾਈਬ ਹੇਅਰ ਓਨਲੀ ਦ ਮੋਰ ਕਾਮਨ ਪਲਾਂਟ ਐਂਡ ਐਨੀਮਲ ਟਿਸ਼ੂਜ਼। ਜਿਹੜੇ ਸਭ ਤੋਂ ਜ਼ਿਆਦਾ ਕਾਮਨ ਟਿਸ਼ੂਜ਼ ਨੇ ਪਲਾਂਟਸ ਦੇ ਵਿੱਚ ਤੇ ਐਨੀਮਲਸ ਦੇ ਵਿੱਚ, ਇੱਥੇ ਆਪਾਂ ਸਿਰਫ ਉਹੀ ਡਿਸਕਸ ਕਰਾਂਗੇ। ਫਸਟ ਇਜ਼ ਦ ਡੈਫੀਨੇਸ਼ਨ ਆਫ ਟਿਸ਼ੂ। ਅ ਟਿਸ਼ੂ ਇਜ਼ ਅ ਗਰੁੱਪ ਆਫ ਸਿਮਿਲਰ ਸੈਲਸ ਪਰਫੋਰਮਿੰਗ ਅ ਸਪੈਸੀਫਿਕ ਫੰਕਸ਼ਨ। ਇੱਕ ਪਰਟੀਕੂਲਰ ਫੰਕਸ਼ਨ ਨੂੰ ਪਰਫੋਰਮ ਕਰਨ ਦੇ ਲਈ ਜਿਹੜੇ ਗਰੁੱਪ ਆਫ ਸੈਲਸ ਇਕੱਠੇ ਹੋ ਕੇ ਵਰਕ ਕਰਦੇ ਨੇ ਉਹਨੂੰ ਉਸ ਏਰੀਆ ਨੂੰ ਜਾਂ ਉਸ ਗਰੁੱਪ ਆਫ ਸਿਮਿਲਰ ਸੈਲਸ ਨੂੰ ਕੀ ਅਸੀਂ ਟਿਸ਼ੂ ਬੋਲਾਂਗੇ। ਮੋਸਟ ਪਲਾਂਟ ਐਂਡ ਐਨੀਮਲਸ ਪੋਜੈਸ ਅ ਟਿਸ਼ੂ ਸਿਸਟਮ। ਪਲਾਂਟਸ ਤੇ ਐਨੀਮਲ ਜਿਹੜੇ ਆ ਟਿਸ਼ੂ ਸਿਸਟਮ ਇਹਨਾਂ ਦੇ ਵਿੱਚ ਹੁੰਦਾ ਅਲੱਗ-ਅਲੱਗ। The human body, for example, an epithelial tissue covering the skin, muscular tissue made up of muscle cells which by contraction bring about the movements। means epithelial tissues ਜਿਹੜੇ ਨੇ ਆਪਣੀ ਸਕਿਨ ਨੂੰ ਕਵਰ ਕਰਦੇ ਨੇ, ਸਕਿਨ ਦੇ ਟਿਸ਼ੂਜ਼ ਨੂੰ epithelial tissues ਕਿਹਾ ਜਾਂਦਾ। ਐਂਡ ਜਿਹੜੇ ਮਸਲ ਸੈਲਸ ਦੇ ਵਿੱਚ ਜਿਹੜੇ ਮਸਲ ਸੈਲਸ ਜਦੋਂ ਇਕੱਠੇ ਹੋ ਕੇ ਵਰਕ ਕਰਦੇ ਨੇ ਤਾਂ ਉਹ ਮਸਕੂਲਰ ਟਿਸ਼ੂ ਬਣਾਉਂਦੇ ਨੇ, ਜਿਹਦੀ ਵਜ੍ਹਾ ਕਰਕੇ ਜਿਨ੍ਹਾਂ 'ਚ ਕੰਟਰੈਕਸ਼ਨਸ ਹੋਣ ਕਰਕੇ ਸਾਡੀਆਂ ਮੂਵਮੈਂਟਸ ਪੋਸੀਬਲ ਹੁੰਦੀਆਂ। ਇਨ ਅ ਪਲਾਂਟ ਦਾ ਕੰਡਕਟਿੰਗ ਟਿਸ਼ੂਜ਼ ਕੰਡਕਟ ਦਾ ਵਾਟਰ ਅਪਵਰਡਸ from the soil and to the aerial parts and food prepared from the leaves to the lower parts। plants ਦੇ ਵਿੱਚ ਕੀ ਆ, ਜਿਹੜਾ ਫੂਡ ਹੈ ਜਾਂ ਜੋ ਸੋਇਲ ਤੋਂ ਜਿਹੜਾ ਵਾਟਰ ਜਾਂ ਹੋਰ ਐਬਜ਼ੋਰਬਡ ਪਾਰਟੀਕਲਸ ਨੂੰ ਰੂਟਸ ਤੋਂ ਐਬਜ਼ੋਰਬ ਕੀਤਾ ਜਾਂਦਾ, ਉਹਨਾਂ ਨੂੰ ਸਾਰੇ ਸਬਸਟੈਂਸਿਸ ਨੂੰ ਉੱਪਰ ਅਪਵਰਡ ਮੂਵ ਕਰਨ ਦੇ ਲਈ ਜ਼ਾਈਲਮ ਵਰਕ ਕਰਦੇ ਨੇ। ਇਹ ਵੀ ਟਿਸ਼ੂਜ਼ ਹੁੰਦੇ ਨੇ। ਐਂਡ ਫਿਲੋਮਸ ਉਹ ਜਿਹੜੇ ਲੋਅਰ ਡਾਊਨਵਰਡ ਮੂਵਮੈਂਟ ਕਰਦੇ ਨੇ। ਇਹ ਸਾਰੇ ਸਬਸਟੈਂਸਿਸ ਦੀ ਰਿਲੇਸ਼ਨਸ਼ਿਪ ਬਿਟਵੀਨ ਟਿਸ਼ੂ ਔਰਗਨ ਸਿਸਟਮ ਐਂਡ ਔਰਗੈਨਿਜ਼ਮ। ਇਹਨਾਂ ਦੇ ਵਿੱਚ ਸਿਸਟਮ ਦੇ ਇਹਨਾਂ ਸਭ ਚੀਜ਼ਾਂ ਦੇ ਵਿੱਚ ਰਿਲੇਸ਼ਨਸ਼ਿਪ ਕੀ ਹੈ? ਟਿਸ਼ੂਜ਼ ਦੇ ਵਿੱਚ ਸਭ ਤੋਂ ਪਹਿਲਾਂ ਸੈਲਸ, ਫਿਰ ਟਿਸ਼ੂਜ਼, ਫਿਰ ਔਰਗਨ ਸਿਸਟਮ ਐਂਡ ਦੈਨ ਲਾਸਟ ਵਿੱਚ ਔਰਗੈਨਿਜ਼ਮ। several tissues together contributing to some specific function inside the body। ਬਹੁਤ ਸਾਰੇ ਟਿਸ਼ੂਜ਼ ਕੀ ਆ ਇਕੱਠੇ ਹੋ ਕੇ ਕੁਝ ਸਪੈਸੀਫਿਕ ਫੰਕਸ਼ਨ ਕਰਦੇ ਨੇ ਸਾਡੀ ਬੋਡੀ ਦੇ ਅੰਦਰ। ਕੰਸਟੀਟਿਊਟ ਐਨ ਔਰਗਨ, ਇੱਕ ਔਰਗਨ ਬਣਾਉਂਦੇ ਨੇ ਸੱਚ ਐਸ ਟੰਗ ਹੈਵਿੰਗ ਐਪੀਥੀਲੀਅਲ ਸੈਲਸ, ਨਰਵ ਸੈਲਸ, ਮਸਲ ਸੈਲਸ ਐਟਸੈਕਟਰਾ। ਸਾਡੀ ਟੰਗ ਦੇ ਅੰਦਰ ਬਹੁਤ ਸਾਰੇ ਅਲੱਗ-ਅਲੱਗ ਸੈਲਸ ਨੇ, ਲਾਈਕ ਇਹ ਸਾਰੇ ਸੈਲਸ ਇਕੱਠੇ ਹੋ ਕੇ ਇੱਕ ਸਾਡਾ ਔਰਗਨ ਬਣਾਉਂਦੇ ਨੇ, ਦੈਟ ਇਜ਼ ਟੰਗ। ਮੈਨੀ ਔਰਗਨਸ ਐਕਟਿੰਗ ਟੂਗੈਦਰ ਟੂ ਪਰਫੋਰਮ ਅ ਸਪੈਸੀਫਿਕ ਲਾਈਫ ਪ੍ਰੋਸੈਸ ਕੰਸਟੀਟਿਊਟ ਐਨ ਔਰਗਨ ਸਿਸਟਮ। ਜਦੋਂ ਬਹੁਤ ਸਾਰੇ ਕੀ ਆ ਔਰਗਨਸ ਇਕੱਠੇ ਹੋ ਕੇ ਵਰਕ ਕਰਦੇ ਨੇ ਤਾਂ ਉਹ ਔਰਗਨ ਸਿਸਟਮ ਬਣਾ ਲੈਂਦੇ ਨੇ। ਸੇਮ ਵੇ ਦੇ ਵਿੱਚ ਅਲੱਗ-ਅਲੱਗ ਔਰਗਨ ਸਿਸਟਮਸ ਜਦੋਂ ਇਕੱਠੇ ਹੋ ਕੇ ਵਰਕ ਕਰਦੇ ਨੇ ਤਾਂ ਕੀ ਆ ਇੱਕ ਪਲਾਂਟ ਜਾਂ ਇੱਕ ਕੋਈ ਵੀ ਔਰਗੈਨਿਜ਼ਮ ਜਾਂ ਕੋਈ ਵੀ ਹਿਊਮਨ ਬੀਇੰਗ ਬਣ ਜਾਂਦਾ। ਇੱਥੇ ਆਪਾਂ ਦੇਖਦੇ ਹਾਂ ਇੱਕ ਜਸਟ ਇੱਕ ਰਿਲੇਸ਼ਨਸ਼ਿਪ ਇਹਨਾਂ ਦਾ ਸਾਰੇ ਸਬਸਟੈਂਸਿਸ ਦਾ। ਇਹ ਰਿਹਾ ਲਾਈਕ ਸਭ ਤੋਂ ਪਹਿਲਾਂ ਸੈਲਸ ਹੋਣਗੇ। ਸੈਲਸ ਜਦੋਂ ਇਕੱਠੇ ਹੋ ਜਾਣਗੇ ਇੱਕ ਟਿਸ਼ੂ ਬਣਾ ਲੈਣਗੇ। ਟਿਸ਼ੂਜ਼ ਇਕੱਠੇ ਹੋ ਕੇ ਇੱਕ ਔਰਗਨ ਬਣਾ ਲੈਣਗੇ। ਔਰਗਨਸ ਜਦੋਂ ਸਾਰੇ ਇਕੱਠੇ ਹੋ ਜਾਂਦੇ ਨੇ ਉਸ ਏਰੀਆ ਦੇ, ਉਹ ਕੀ ਆ ਔਰਗਨ ਸਿਸਟਮ ਬਣਾ ਲੈਂਦੇ। ਲਾਸਟ ਵਿੱਚ ਕੀ ਆ ਇੱਕ ਔਰਗੈਨਿਜ਼ਮ ਬਣ ਜਾਂਦਾ। ਈਦਰ ਇਟ ਇਜ਼ ਪਲਾਂਟ, ਐਨੀਮਲ, ਬਰਡ, ਹਿਊਮਨ ਬੀਇੰਗ, ਐਨੀ ਲਿਵਿੰਗ ਥਿੰਗ। ਇਹ ਕੀ ਹੈ ਰਿਲੇਸ਼ਨਸ਼ਿਪ ਹੈ ਇਹਨਾਂ ਸਭ ਚੀਜ਼ਾਂ ਦਾ। ਨੈਕਸਟ ਟੋਪਿਕ ਆਪਾਂ ਸਟੱਡੀ ਕਰਦੇ ਹਾਂ। ਨੈਕਸਟ ਇਜ਼ first is plant tissues। we'll discuss about the plants tissue at first।
plant tissues are basically of two types, दो types ਦੇ ਹੁੰਦੇ ਨੇ। first ਕੀ ਹੈ meristematic tissues and second is permanent tissues। ਮੈਰਿਸਟਮੈਟਿਕ ਟਿਸ਼ੂਜ਼ ਦੇ ਵਿੱਚ ਕੀ ਹੈ, ਸੈਲਸ ਕੈਨ ਮਲਟੀਪਲਾਈ ਟੂ ਪ੍ਰੋਡਿਊਸ ਨਿਊ ਸੈਲਸ, ਇਹਦੇ ਵਿੱਚ ਨਿਊ ਸੈਲਸ ਬਣ ਸਕਦੇ ਨੇ ਸੈਲਸ ਮਲਟੀਪਲਾਈ ਕਰਕੇ। ਬਟ ਜਿਹੜੇ ਪਰਮਾਨੈਂਟ ਟਿਸ਼ੂਜ਼ ਨੇ ਇਹ ਨੋਨ ਡਿਵਾਈਡਿੰਗ ਸੈਲਸ ਹੁੰਦੇ ਨੇ, ਇਹ ਡਿਵਾਈਡ ਨਹੀਂ ਕਰਦੇ, ਇਹਨਾਂ ਦਾ ਇੱਕ ਸਪੈਸ਼ਲਾਈਜ਼ਡ ਫੰਕਸ਼ਨ ਹੁੰਦਾ ਬਸ। ਮੇਨਲੀ ਇਹ ਪਲਾਂਟ ਨੂੰ ਕੀ ਹੈ ਸਪੋਰਟ ਹੀ ਕਰਦੇ ਨੇ, ਡਿਵੀਜ਼ਨ ਦਾ ਕੰਮ ਇਹਨਾਂ ਦੇ ਵਿੱਚ ਨਹੀਂ ਹੁੰਦਾ। ਫਸਟ ਕੀ ਹੈ ਮੈਰਿਸਟਮੈਟਿਕ ਟਿਸ਼ੂਜ਼ ਔਰ ਮੈਰਿਸਟਮ ਫਾਊਂਡ ਐਟ ਆਲ ਗਰੋਇੰਗ ਪਾਰਟਸ ਆਫ ਦ ਪਲਾਂਟ। ਪਲਾਂਟ ਦੇ ਜਿੰਨੇ ਵੀ ਗਰੋਇੰਗ ਪੁਆਇੰਟਸ ਹੋਣਗੇ ਸਭ ਦੇ ਉੱਤੇ ਪਾਇਆ ਜਾਂਦਾ ਹੈ। ਸੱਚ ਐਜ਼ ਟਿਪਸ ਆਫ ਦ ਰੂਟ ਸਟੈਮਸ ਐਂਡ ਬ੍ਰਾਂਚਿਸ, ਰੂਟਸ ਦੀਆਂ ਟਿਪਸ ਤੇ ਸਟੈਮ ਦੀਆਂ ਟਿਪਸ ਤੇ ਜਾਂ ਬ੍ਰਾਂਚਿਸ ਦੇ ਉੱਤੇ ਇਹ ਹੋਏਗਾ ਇਹ ਵਾਲਾ ਟਿਸ਼ੂ। ਆਲਸੋ ਪ੍ਰੈਜ਼ੈਂਟ ਬਿਟਵੀਨ ਦ ਬਾਰਕ ਐਂਡ ਦ ਵੁੱਡ ਆਫ ਟਰੀ ਵੇਅਰ ਇਟ ਲੀਡਸ ਟੂ ਗਰੋਥ ਇਨ ਦ ਡਾਇਮੀਟਰ ਆਫ ਸਟੈਮ। ਬਾਰਕ ਕੀ ਹੁੰਦੀ ਹੈ, ਬਾਰਕ ਹੁੰਦੀ ਹੈ ਆਊਟਰ ਮੋਸਟ ਲੇਅਰ ਆਫ ਦ ਸਟੈਮ, ਜਿਹੜੀ ਸਾਨੂੰ ਦਿਖਦੀ ਹੈ ਬਾਹਰੋਂ। ਟਰੀ ਦੀ ਸਟੈਮ ਹੁੰਦੀ ਹੈ ਵੁੱਡੀ ਅਪੀਅਰੈਂਸ ਹੁੰਦੀ ਹੈ, ਉਹਨੂੰ ਬਾਰਕ ਬੋਲਦੇ ਹਾਂ। ਵੁੱਡ ਆਫ ਦ ਟਰੀ ਵੇਅਰ ਇਟ ਲੀਡਸ ਟੂ ਗਰੋਥ ਇਨ ਦ ਡਾਇਆਮੀਟਰ, ਜਦੋਂ ਟਰੀ ਦੇ ਸਟੈਮ ਦਾ ਡਾਇਆਮੀਟਰ ਇਨਕਰੀਜ਼ ਹੁੰਦਾ ਉੱਥੇ ਵੀ ਕੀ ਹੈ ਮੈਰਿਸਟਮੈਟਿਕ ਟਿਸ਼ੂਜ਼ ਹੋਣਗੇ, ਕਿਉਂਕਿ ਇਹਨਾਂ ਨੇ ਡਿਵਾਈਡ ਹੋ ਕੇ ਅੱਗੇ ਇਹਨਾਂ ਦਾ ਸਾਈਜ਼ ਵਧਣਾ ਹੁੰਦਾ। ਕਰੈਕਟਰਿਸਟਿਕਸ ਕੀ ਨੇ ਮੈਰਿਸਟਮੈਟਿਕ ਟਿਸ਼ੂਜ਼ ਦੇ, ਸੈਲਸ ਆਰ ਸਮੋਲ, ਬਹੁਤ ਛੋਟੇ ਹੋਣਗੇ, ਯੂਜੂਅਲੀ ਕਿਊਬਿਕਲ ਫਾਰਮ ਦੇ ਵਿੱਚ ਹੋਣਗੇ, ਇਹਨਾਂ ਦੀ ਕਿਊਬ ਦੀ ਤਰ੍ਹਾਂ ਇਹਨਾਂ ਦੀ ਸ਼ੇਪ ਹੋਏਗੀ ਲਾਈਕ ਕਿਊਬ। ਸੈੱਲ ਇਜ਼ ਥਿਨ, ਬਹੁਤ ਥਿਨ ਪਤਲੇ ਹੋਣਗੇ। ਨਿਊਕਲੀਆਈ ਇਜ਼ ਲਾਰਜ, ਇਹਨਾਂ ਦੇ ਅੰਦਰ ਜਿਹੜਾ ਨਿਊਕਲੀਆਈ ਹੋਏਗਾ ਬਹੁਤ ਵੱਡਾ ਹੋਏਗਾ। ਵੈਕਿਊਲਸ ਆਲਮੋਸਟ ਐਬਸੈਂਟ, ਵੈਕਿਊਲ ਬਹੁਤ ਆਲਮੋਸਟ ਐਬਸੈਂਟ ਹੀ ਹੋਏਗਾ, ਜੇ ਹੋਏਗਾ ਵੀ ਤਾਂ ਬਹੁਤ ਮਾਈਨਿਊਟ ਹੋਏਗਾ। ਸੈਲਸ ਟਾਈਟਲੀ ਪੈਕਡ ਵਿਦ ਆਲਮੋਸਟ ਨੋ ਇੰਟਰਾਸੈਲੂਲਰ ਸਪੇਸਿਸ, ਲਾਈਕ ਇੱਥੇ ਦਿੱਤਾ ਹੀ ਹੈ ਆ ਰਿਹਾ ਕਿਊਬਿਕਲ ਸੈਲਸ ਨੇ, ਠੀਕ ਹੈ, ਬਹੁਤ ਜ਼ਿਆਦਾ ਟਾਈਟਲੀ ਪੈਕਡ ਨੇ ਇੱਕ ਦੂਸਰੇ ਦੇ ਨਾਲ, ਨੀਚੇ ਐਵੇਂ ਪੈਕ ਹੋਏ ਹੋਣਗੇ, ਅਤੇ ਇਹਨਾਂ ਦੇ ਵਿੱਚ ਇੰਟਰਾਸੈਲੂਲਰ ਸਪੇਸ ਜਿਹੜੀ ਹੈ ਉਹ ਬਹੁਤ ਥੋੜ੍ਹੀ ਹੋਏਗੀ। ਦਿਸ ਇਜ਼ ਇੰਟਰਾਸੈਲੂਲਰ ਸਪੇਸ, ਦ ਸਪੇਸ ਬਿਟਵੀਨ ਟੂ ਸੈਲਸ। ਦ ਸੈਲਸ ਐਕਟਿਵਲੀ ਡਿਵਾਈਡ ਐਡਿੰਗ ਨਿਊ ਸੈਲਸ ਟੂ ਦ ਪਲਾਂਟ, ਮਤਲਬ ਐਕਟਿਵਲੀ ਡਿਵਾਈਡ ਕਰਦੇ ਨੇ, ਨਵੇਂ ਸੈਲਸ ਹੋਰ ਪਲਾਂਟ ਦੇ ਵਿੱਚ ਐਡ ਹੋਈ ਜਾਂਦੇ ਨੇ। ਇਸੇ ਕਰਕੇ ਕੀ ਆ ਇਹ ਗਰੋਇੰਗ ਟਿਪਸ 'ਤੇ ਹੋਣਗੇ, ਜਿੱਥੇ ਪਲਾਂਟਸ ਨੇ ਗਰੋ ਕਰਨਾ, ਜਿਹੜੇ ਏਰੀਏ ਦੇ ਵਿੱਚ ਗਰੋਥ ਹੋਣੀ ਹੈ ਸਿਰਫ ਉੱਥੇ ਹੀ ਇਹ ਸੈਲਸ ਹੋਣਗੇ। ਨਿਊ ਸੈਲਸ ਦਸ ਪ੍ਰੋਡਿਊਸਡ ਆਰ ਟਰਾਂਸਫਾਰਮਡ ਇਨਟੂ ਮੈਚਿਓਰ ਪਰਮਾਨੈਂਟ ਸੈਲਸ, ਜਦੋਂ ਨਿਊ ਸੈਲਸ ਬਣ ਜਾਂਦੇ ਨੇ ਤਾਂ ਕੀ ਹੈ ਇਹ ਟਰਾਂਸਫਰ ਹੋ ਜਾਂਦੇ ਨੇ ਇਨਟੂ ਮੈਚਿਓਰ ਪਰਮਾਨੈਂਟ ਸੈਲਸ। ਪਰਮਾਨੈਂਟ ਸੈਲਸ ਜਿਹੜੇ ਕੀ ਆ ਨੋਨ ਡਿਵਾਈਡਿੰਗ ਹੁੰਦੇ ਨੇ, ਫਿਰ ਉਹ ਸਪੈਸ਼ਲਾਈਜ਼ ਹੋ ਜਾਂਦੇ ਨੇ ਆਪਣੇ ਇੱਕ ਵਰਕ ਦੇ ਵਿੱਚ ਜੋ ਕਿ ਪਲਾਂਟ ਨੂੰ ਸਪੋਰਟ ਕਰਦੇ ਨੇ। The meristematic tissue can be divided into two categories. First apical, second is lateral. Apical means upward ਜਾਂ ਜਿਹੜਾ ਇੱਦਾਂ straight vertical ਹੁੰਦਾ, lateral means sidewise, side ਜਿਹੜੇ side lining ਹੁੰਦੇ ਨੇ। apical or terminal ਜਿਹੜੇ terms ਤੇ ਹੋਣਗੇ। It is located near the tips of roots stems, also in growing young leaves near the tips of stems। ਕੀ ਆ ਕਿੱਥੇ ਇਹਨਾਂ ਦੀ ਲੋਕੇਸ਼ਨ ਹੋਏਗੀ, ਟਿਪਸ ਤੇ ਹੋਣਗੇ, ਰੂਟਸ ਦੇ ਸਟੈਮਸ ਤੇ, ਐਂਡ ਗਰੋਇੰਗ ਯੰਗ ਲੀਵਸ ਜਿਹੜੇ ਛੋਟੇ ਲੀਵਸ ਗਰੋ ਕਰ ਰਹੇ ਨੇ ਉਹਨਾਂ ਦੀਆਂ ਟਿਪਸ ਤੇ ਹੋ ਗਈਆਂ, ਸਟੈਮ ਦੀਆਂ ਟਿਪਸ ਤੇ, ਐਜ਼ ਵੈਲ ਐਜ਼ ਔਨ ਦਾ ਟਿਪਸ ਆਫ ਐਗਜ਼ਿਲਰੀ ਬਰਡਸ, ਜਿਹੜੇ ਛੋਟੇ ਐਗਜ਼ਿਲਰੀ ਬਰਡਸ ਲੱਗੇ ਹੁੰਦੇ ਆ ਉਹਨਾਂ ਨੇ ਵੀ ਗਰੋ ਹੋਣਾ ਹੁੰਦਾ, ਇਸ ਕਰਕੇ ਉਹਨਾਂ ਦੇ ਵਿੱਚ ਵੀ ਇਹ ਟਿਸ਼ੂਜ਼ ਪ੍ਰੈਜ਼ੈਂਟ ਹੋਣਗੇ। ਕੈਂਬੀਅਮ ਔਰ ਲੇਟਰਲ ਮੈਰਿਸਟਮ, ਇਟ ਇਜ਼ ਸਿਚੁਏਟਡ ਬਿਲੋ ਦਾ ਬਾਕ ਜਿਹੜੀ ਆ ਉਹਦੇ ਅੰਦਰ, ਆਊਟਰ ਮੋਸਟ ਲੇਅਰ ਇਜ਼ ਬਾਕ ਦੇ ਇਨਸਾਈਡ ਕੀ ਆ ਅੰਦਰ ਇਹ ਹੋਣਗੇ ਲੇਟਰਲ ਮੈਰਿਸਟੈਮ, ਐਂਡ ਇਜ਼ ਰਿਸਪੋਂਸੀਬਲ ਫॉर ਇਨਕਰੀਜ਼ ਇਨ ਦਾ ਡਾਇਮੀਟਰ ਆਫ ਸਟੈਮ। ਓਬਵੀਅਸਲੀ ਇਹ ਤਾਂ ਕਲੀਅਰ ਹੈ ਕਿ ਬਾਕ ਦੇ ਅੰਦਰ ਨੇ ਜੇ ਤਾਂ ਉਹ ਕੀ ਆ ਸਟੈਮ ਦੀ ਪੂਰੀ ਡਾਇਮੀਟਰ ਨੂੰ ਇਨਕਰੀਜ਼ ਕਰਨਗੇ। ਪਰਮਾਨੈਂਟ ਟਿਸ਼ੂਜ਼ are made up of cells which have lost their ability to divide. Second C type, first C type ਜਿਹੜੀ ਮੈਰਿਸਟੇਮੈਟਿਕ ਟਿਸ਼ੂ ਹੋ ਗਿਆ ਕੰਪਲੀਟ, ਇਹਦੇ ਦੋ ਟਾਈਪਸ ਸੀ, ਅੱਗੇ ਸਬ ਟਾਈਪਸ terminal and lateral. Next B type ਹੈ permanent tissues. These are made up of cells which have lost their ability to divide. ਇਹ ਉਹ ਸੈਲਸ ਤੋਂ ਬਣਦੇ ਨੇ ਟਿਸ਼ੂ ਜਿਨ੍ਹਾਂ ਦੇ ਵਿੱਚ ਐਬਿਲਿਟੀ ਫਿਨਿਸ਼ ਹੋ ਗਈ ਹੁੰਦੀ ਹੈ ਕਿ ਅੱਗੇ ਫਰਦਰ ਡਿਵਾਈਡ ਕਰ ਸਕਣ। ਦੇ ਟੇਕ ਅ ਪਰਮਾਨੈਂਟ ਸ਼ੇਪ ਟੂ ਪਰਫਾਰਮ ਸਮ ਪਰਮਾਨੈਂਟ ਫੰਕਸ਼ਨ। ਇਹਨਾਂ ਨੇ ਹੁਣ ਇੱਕ ਪਰਮਾਨੈਂਟ ਡੈਫੀਨੇਟ ਸ਼ੇਪ ਲੈ ਲਈ ਹੁੰਦੀ ਹੈ ਜਿਹੜਾ ਕਿ ਪਰਮਾਨੈਂਟ ਇਹਨਾਂ ਦਾ ਇੱਕੋ ਹੀ ਸਪੈਸੀਫਿਕ ਫੰਕਸ਼ਨ ਰਹੇਗਾ। ਦੇ ਮੇ ਬੀ ਲਿਵਿੰਗ, ਇਹਨਾਂ ਦੇ ਵਿੱਚ ਨਿਊਕਲੀਅਸ ਪ੍ਰੈਜ਼ੈਂਟ ਹੋ ਵੀ ਸਕਦਾ ਹੈ ਅਤੇ ਐਬਸੈਂਟ ਵੀ ਹੋ ਸਕਦਾ ਹੈ।
ਨੋਨ ਲਿਵਿੰਗ ਵੀ ਹੋ ਸਕਦੇ ਨੇ। ਅਕੋਰਡਿੰਗ ਟੂ ਦਾ ਫੰਕਸ਼ਨ ਪਰਫੋਰਮਡ ਦ ਪਰਮਾਨੈਂਟ ਟਿਸ਼ੂਜ਼ ਆਰ ਆਫ 3 ਟਾਈਪਸ। ਜਿਹੜੇ ਵੀ ਇਹ ਫੰਕਸ਼ਨ ਕਰਦੇ ਨੇ ਇਹਨਾਂ ਦੇ ਅਕੋਰਡਿੰਗ ਇਹ 3 ਟਾਈਪਸ ਦੇ ਹੁੰਦੇ ਨੇ। ਫਸਟ ਕੀ ਹੈ, ਪ੍ਰੋਟੈਕਟਿਵ, ਸਪੋਰਟਿੰਗ ਐਂਡ ਕੰਡਕਟਿੰਗ। ਫਸਟ ਟਾਈਪ ਹੈ ਪ੍ਰੋਟੈਕਟਿਵ ਟਿਸ਼ੂਜ਼। ਇਹ ਕਿਹਦੀਆਂ ਸਬ ਟਾਈਪਸ ਨੇ, ਪਰਮਾਨੈਂਟ ਟਿਸ਼ੂਜ਼ ਦੀਆਂ। ਸੈਲਸ ਵਿਦ ਥਿਕ ਵਾਲਸ, ਇਹਨਾਂ ਦੀਆਂ ਵਾਲਸ ਥਿਕ ਹੋਣਗੀਆਂ। ਜਿਹੜਾ ਫਸਟ ਟਾਈਪ ਕਰੀ ਸੀ ਉਹਨਾਂ ਦੀਆਂ ਵਾਲਸ ਥਿਨ ਨੇ। ਮੈਰਿਸਟੇਮੈਟਿਕ ਟਿਸ਼ੂਜ਼ ਜਿਹੜੇ ਫਸਟ ਕਰੇ ਸੀ ਉਹਨਾਂ ਦੇ ਵਿੱਚ ਕੀ ਸੀ, ਥਿਨ ਵਾਲਸ ਸੀ। ਇਹ ਕੀ ਆ, ਪਰਮਾਨੈਂਟ ਟਿਸ਼ੂ, ਇਹਨਾਂ ਦੇ ਵਿੱਚ ਥਿਕ ਵਾਲਸ ਹੋਣਗੀਆਂ, ਮੋਟੀਆਂ ਹੋਣਗੀਆਂ ਇਹਨਾਂ ਦੀਆਂ ਵਾਲਸ। ਫਾਊਂਡ ਔਨ ਦਾ ਸਰਫੇਸ ਆਫ ਰੂਟ ਦੇ ਵਿੱਚ ਹੋਣਗੇ। ਉਹ ਕੀ ਸੀ, ਟਿਪਸ 'ਤੇ ਸੀ। ਐਗਜ਼ਾਮਪਲਸ, ਐਪੀਡਰਮਿਸ ਆਫ ਲੀਵਸ ਵਿਚ ਸਿਕਰੀਟਸ ਅ ਵੈਕਸੀ ਵਾਟਰਪ੍ਰੂਫ ਮਟੀਰੀਅਲ। ਜਿਹੜੀ ਲੀਵ ਦੀ ਬਿਲਕੁਲ ਐਪੀਡਰਮਿਸ ਹੁੰਦੀ ਹੈ ਉਹਦੇ ਵਿੱਚੋਂ ਕੀ ਹੈ, ਇੱਕ ਵੈਕਸ ਲਾਈਕ ਸਬਸਟੈਂਸ ਕੀ ਹੈ ਉਹ ਸਿਕਰੀਟ ਕਰਦੀ ਹੈ ਜੋ ਵਾਟਰਪ੍ਰੂਫ ਹੁੰਦਾ। ਉਹਦੇ ਵਜ੍ਹਾ ਕਰਕੇ ਕੀ ਹੈ, ਇੱਕ ਪ੍ਰੋਟੈਕਸ਼ਨ ਮਿਲ ਜਾਂਦੀ ਹੈ ਲੀਵ ਨੂੰ। ਸੈਕਿੰਡ ਕੀ ਹੈ, ਸਪੋਰਟਿੰਗ ਟਿਸ਼ੂ ਇਜ਼ ਆਫ ਸੈਵਰਲ ਟਾਈਪਸ। ਇਹਦੀਆਂ ਬਹੁਤ ਸਾਰੀਆਂ ਟਾਈਪਸ ਨੇ। ਨੈਕਸਟ ਕੀ ਟਾਈਪਸ ਨੇ ਇਹਦੀਆਂ, ਫਸਟ ਪੈਰਨਕਾਈਮਲ ਟਿਸ਼ੂ, ਸੈਕਿੰਡ ਕੋਲਨਕਾਈਮਲ, ਥਰਡ ਸਕਲੇਰਨਕਾਈਮਲ। 3 ਟਾਈਪਸ ਨੇ ਇਹਦੀਆਂ। ਫਸਟ ਕੀ ਆ, ਪੈਰਨਕਾਈਮਲ ਅਸੀਂ ਸਟੱਡੀ ਕਰਾਂਗੇ ਸਭ ਤੋਂ ਪਹਿਲਾਂ। ਥਿਨ ਲਾਰਜ ਥਿਨ ਵਾਲਡ ਸੈਲਸ। ਇਹਨਾਂ ਦੀਆਂ ਵੀ ਵਾਲਸ ਕੀ ਨੇ, ਥਿਨ ਹੁੰਦੀਆਂ ਨੇ, ਬਹੁਤ ਪਤਲੀਆਂ ਪਰ ਲਾਰਜ ਹੁੰਦੀਆਂ ਨੇ। ਸ਼ੇਪਸ ਕੀ ਨੇ ਇਹਨਾਂ ਦੀਆਂ, ਓਵਲ, ਸਰਕੂਲਰ ਔਰ ਪੋਲੀਗਨਲ। ਓਵਲ ਤਾਂ ਦਿਖ ਰਿਹਾ, ਆ ਪੋਲੀਗਨਲ ਸ਼ੇਪਸ ਵੀ ਦਿਖ ਰਹੀਆਂ ਨੇ, ਸਰਕਲ ਵੀ ਹੋ ਸਕਦਾ, ਬਿਲਕੁਲ ਸਰਕਲ। ਯੂਜੂਅਲੀ ਅ ਸਿੰਗਲ ਲਾਰਜ ਵੈਕਿਊਲ। ਉਹਦੇ ਵਿੱਚ ਕੀ ਸੀ, ਆਲਮੋਸਟ ਵੈਕਿਊਲ ਐਬਸੈਂਟ ਸੀ। ਇਹਦੇ ਵਿੱਚ ਕੀ ਹੈ, ਬਹੁਤ ਵੱਡਾ ਵੈਕਿਊਲ ਹੋਏਗਾ ਐਜ਼ ਇਟ ਇਜ਼ ਵਿਜ਼ੀਬਲ ਓਵਰ ਹੇਅਰ। ਇਹਦੇ ਵਿੱਚ ਆਹ ਵਾਲੀ ਇਹਦੀ ਇਮੇਜ ਦੇ ਵਿੱਚ, ਡਾਇਗਰਾਮ ਦੇ ਵਿੱਚ ਦਿਖ ਰਿਹਾ ਵੈਕਿਊਲ ਕੀ ਆ, ਬਹੁਤ ਵੱਡੇ ਵੱਡੇ ਨੇ ਵੈਕਿਊਲ। ਮੇ ਸਟੋਰ ਫੂਡ ਇਨ ਪੋਟੇਟੋਜ਼। ਜਿਵੇਂ ਕਿ ਪੋਟੇਟੋਜ਼ ਦੇ ਵਿੱਚ ਫੂਡ ਸਟੋਰ ਹੁੰਦਾ ਹੈ। ਇਹ ਕੀ ਹੈ, ਇਹਨਾਂ ਦਾ ਇੱਕ ਵਰਕ ਹੈ, ਪ੍ਰੋਵਾਈਡ ਟੈਂਪਰੇਰੀ ਸਪੋਰਟ ਟੂ ਦਾ ਪਲਾਂਟ। ਆਲਰੇਡੀ ਅਸੀਂ ਸਟੱਡੀ ਕਰ ਚੁੱਕੇ ਹਾਂ ਕਿ ਜਿਹੜੇ ਪਰਮਾਨੈਂਟ ਟਿਸ਼ੂਜ਼ ਨੇ ਇਹਨਾਂ ਦਾ ਮੇਨ ਫੰਕਸ਼ਨ ਕੀ ਹੈ, ਸਪੋਰਟ ਹੀ ਕਰਦੇ ਨੇ ਟੈਂਪਰੇਰੀ ਪਲਾਂਟ ਨੂੰ। ਇਹ ਡਿਵਾਈਡ ਨਹੀਂ ਹੁੰਦੇ, ਇਹਨਾਂ ਦੇ ਵਿੱਚ ਇਹੀ ਸਪੈਸ਼ਲਾਈਜੇਸ਼ਨ ਹੁੰਦੀ ਇਹਨਾਂ ਦੀ। Some parenchymatous cells, particularly in the leaves, contain chloroplast. Chloroplast ਜਿੱਥੇ ਆ ਗਿਆ means dealing with green color. Are termed as chlorochymal tissues. ਜਿਹੜੇ particularly ਇੱਕ ਲੀਫ ਦੇ ਵਿੱਚ ਹੁੰਦੇ ਨੇ ਪੈਰਨਕਾਈਮਲ ਟਿਸ਼ੂ, ਉਹਨਾਂ ਨੂੰ ਜਿਹਨਾਂ ਦੇ ਵਿੱਚ ਕਲੋਰੋਪਲਾਸਟ ਹੁੰਦੀ ਹੈ ਉਹਨਾਂ ਨੂੰ ਕੀ ਆ, ਕਲੋਰਨਕਾਈਮਲ ਟਿਸ਼ੂਜ਼ ਕਹਿੰਦੇ ਨੇ। ਇਹ ਕੀ ਹੈਲਪ ਕਰਦੇ ਨੇ, ਹੈਲਪਸ ਦ ਲੀਫ ਟੂ ਪ੍ਰੋਡਿਊਸ ਫੂਡ ਬਾਏ ਫੋਟੋਸਿੰਥਸਿਸ। ਫੋਟੋਸਿੰਥਸਿਸ ਦੇ ਹੈਲਪ ਦੇ ਨਾਲ ਫੂਡ ਨੂੰ ਪ੍ਰੋਡਿਊਸ ਕਰਨ ਦੇ ਲਈ ਲੀਫ ਦੀ ਹੈਲਪ ਕਰਦੇ ਨੇ। ਬੀ ਟਾਈਪ ਕੀ ਆ, ਕੋਲਨਕਾਈਮਲ ਕੋਲਨ ਮੀਨਸ ਗਲੂ। Made up of cells which are elongated and the cell wall is thickened at the corners. ਆ ਦੇਖੋ elongated, ਇਹਨਾਂ ਦੀ ਸ਼ੇਪ ਲੌਂਗ ਹੋਣਗੇ ਸ਼ੇਪ ਦੇ ਵਿੱਚ, ਵਿਜ਼ੀਬਲ ਹੀ ਨੇ ਆਲਰੇਡੀ, ਕਲੀਅਰ। ਕਾਰਨਰਸ ਦੇ ਉੱਤੇ ਕੀ ਹੈ, ਥਿਕ ਹੋਣਗੇ ਜਿੱਥੇ ਜਿੱਥੇ ਇਹਨਾਂ ਦੇ ਕਾਰਨਰਸ ਨੇ। ਇਟ ਇਜ਼ ਫਾਊਂਡ ਇਨ ਦਾ ਲੀਫ ਸਟਾਕਸ। ਲੀਫ ਸਟਾਕ ਕੀ ਹੁੰਦੀ ਹੈ, ਲੀਫ ਸਟਾਕ ਹੁੰਦੀ ਹੈ ਸਿਲੰਡਰੀਕਲ ਪੋਰਸ਼ਨ ਹੁੰਦਾ, ਲਾਈਕ ਜਿਵੇਂ ਆ ਲੀਫ ਹੈ, ਆ ਜੋ ਪੋਰਸ਼ਨ ਹੋਏਗਾ ਦਿਸ ਇਜ਼ ਸਟਾਕ ਆਫ ਲੀਫ ਦੀ ਸਟਾਕ ਹੁੰਦੀ ਹੈ ਸਿਲੰਡਰੀਕਲ ਪੋਰਸ਼ਨ ਆਫ ਲੀਫ ਵਿਚ ਅਟੈਚ ਟੂ ਦਾ ਸਟੈਮ, ਜੋ ਸਟੈਮ ਦੇ ਨਾਲ ਅਟੈਚ ਹੋਇਆ ਹੁੰਦਾ, ਲਾਈਕ this is the stem of a plant and this is the stalk, here it is the leaf, so this is the leaf stalk. It is found in the leaf stalks. ਇਹ leaf stalk ਦੇ ਵਿੱਚ ਹੋਏਗਾ ਜ਼ਿਆਦਾ। and below the epidermis of the stem ਦੀ epidermis ਦੇ ਅੰਦਰ ਸਾਈਡ। the tissue helps to support the ਪਾਰਟਸ ਆਫ ਅ ਪਲਾਂਟ। ਇਹ ਕੀ ਆ, ਇਹ ਵੀ ਸਪੋਰਟ ਦੇ ਵਿੱਚ ਹੀ ਹੈਲਪ ਕਰੇਗਾ। ਇੰਨੀ ਗੱਲ ਕਲੀਅਰ ਹੈ ਕਿ ਪਰਮਾਨੈਂਟ ਟਿਸ਼ੂਜ਼ ਮੇਨਲੀ ਹੈਲਪ ਕਰਦੇ ਨੇ ਸਪੋਰਟਿੰਗ ਦੇ ਵਿੱਚ ਤੇ ਪ੍ਰੋਟੈਕਸ਼ਨ ਦੇ ਵਿੱਚ। ਥਰਡ ਵਨ ਕੀ ਹੈ, ਸਕਲੇਰਨਕਾਈਮਲ ਟਿਸ਼ੂਜ਼। ਸਕਲੇਰੋਸ ਮੀਨਸ ਹਾਰਡ, ਬਹੁਤ ਹਾਰਡ ਹੋਣਗੇ ਟਿਸ਼ੂਜ਼। ਕੰਪੋਜ਼ਡ ਆਫ ਲੌਂਗ ਨੈਰੋ ਸੈਲਸ, ਲੌਂਗ ਨੇ ਬਹੁਤ ਲੈਂਥ ਵਾਈਜ਼ ਤੇ ਬਹੁਤ ਨੈਰੋ ਹੋਣਗੇ, ਬਹੁਤ ਪਤਲੇ। ਵਿਚ ਹੈਵ ਬਿਕਮ ਡੈਡ, ਆਲਮੋਸਟ ਡੈਡ ਹੋ ਗਏ ਹੁੰਦੇ ਨੇ। these cells develop very thick walls due to the deposition of lignin। ਲਿਗਨਿਨ ਦੀ
ਡੈਪੋਜੀਸ਼ਨ ਦੇ ਕਰਕੇ ਮੀਨਸ ਡਿਪੋਜ਼ਿਟ ਹੋਣ ਦੇ ਕਰਕੇ ਕੀ ਆ, ਇਹ ਸੈਲਸ ਬਹੁਤ ਜ਼ਿਆਦੀਆਂ ਥਿਕ ਵਾਲਸ ਡਿਵੈਲਪ ਕਰ ਦਿੰਦੇ ਨੇ। ਲਿਗਨਿਨ ਕੀ ਆ, ਇੱਕ ਸਟਰਕਚਰਲ ਮਟੀਰੀਅਲ ਹੁੰਦਾ ਜਿਹੜਾ ਕਿ ਬਹੁਤ ਇੰਪੋਰਟੈਂਟ ਹੁੰਦਾ ਫॉर द ਫਾਰਮੇਸ਼ਨ ਆਫ ਸੈੱਲ ਵਾਲ, ਸਪੈਸ਼ਲੀ ਇਨ ਵੁੱਡ। ਜਿਹੜੇ ਸਟੈਮ ਹੁੰਦੀ ਹੈ ਟਰੀ ਦੀ ਜਾਂ ਬਾਕ ਹੁੰਦੀ ਹੈ, ਉਹਦੇ ਵਿੱਚ ਕੀ ਆ ਜੋ ਫਾਰਮੇਸ਼ਨ ਹੁੰਦੀ ਹੈ ਸੈੱਲ ਵਾਲ ਦੀ, ਉਹਦੇ ਲਈ ਇੱਕ ਬਹੁਤ ਸਟਰਕਚਰਲ ਮਟੀਰੀਅਲ ਜੋ ਇੰਪੋਰਟੈਂਟ ਹੁੰਦਾ ਸੈੱਲ ਵਾਲ ਦੀ ਫਾਰਮੇਸ਼ਨ ਦੇ ਲਈ, ਉਹ ਲਿਗਨਿਨ ਹੁੰਦਾ। ਸੋ ਲਿਗਨਿਨ ਦੀ ਡਿਪੋਜੀਸ਼ਨ ਦੇ ਕਰਕੇ ਇਹ ਕੀ ਆ, ਬਹੁਤ ਜ਼ਿਆਦਾ ਇਹਨਾਂ ਦੀਆਂ ਵਾਲਸ ਬਹੁਤ ਥਿਕ ਹੋ ਜਾਂਦੀਆਂ ਹਨ। ਥੀਸ ਟਿਸ਼ੂਜ਼ ਪ੍ਰੋਵਾਈਡ ਸਟਰੈਂਥ ਟੂ ਦਾ ਪਲਾਂਟ। ਓਬਵੀਅਸ ਜੀ ਗੱਲ ਹੈ, ਅਗਰ ਇਹਨਾਂ ਦੀਆਂ ਵਾਲਸ ਬਹੁਤ ਜ਼ਿਆਦੀਆਂ ਥਿਕ ਹੋ ਜਾਣਗੀਆਂ, ਬਹੁਤ ਮੋਟੀਆਂ ਹੋ ਜਾਣਗੀਆਂ, ਹਾਰਡ ਹੋ ਜਾਣਗੀਆਂ, ਤਾਂ ਕੀ ਹੈ ਬਹੁਤ ਪਲਾਂਟ ਨੂੰ ਕੀ ਹੈ ਸਟਰੈਂਥ ਦਿੰਦੇ ਨੇ। ਪਲਾਂਟ ਇੱਕ ਫਰਮ ਰਹਿੰਦਾ, ਬਿਲਕੁਲ ਸੋਇਲ ਦੇ ਨਾਲ ਬਿਲਕੁਲ ਵੀਕ ਨਹੀਂ ਰਹਿੰਦਾ, ਪਲਾਂਟ ਦੀ ਪ੍ਰੋਪਰ ਗ੍ਰਿਪ ਬਣੀ ਰਹਿੰਦੀ ਹੈ। ਇਟ ਇਜ਼ ਫਾਊਂਡ ਇਨ ਸਟੈਮਸ ਐਂਡ ਵੇਨਸ ਆਫ ਦ ਲੀਫ। ਜੋ ਸਟੈਮਸ ਦੇ ਵਿੱਚ ਪਾਇਆ ਜਾਂਦਾ ਅਤੇ ਜਿਹੜੀਆਂ ਲੀਫ ਦੀਆਂ ਪਤਲੀਆਂ ਪਤਲੀਆਂ ਵੇਨਸ ਹੁੰਦੀਆਂ ਨੇ ਉਹਦੇ ਅੰਦਰ ਪਾਇਆ ਜਾਂਦਾ। ਦ ਅਬਵ 3 ਕੈਟੇਗਰੀਜ਼ ਨੇਮਲੀ ਪੈਰਨਕਾਈਮਾ, ਕੋਲਨਕਾਈਮਾ ਐਂਡ ਸਕਲੇਰਨਕਾਈਮਾ ਆਰ ਗਰੁੱਪਡ ਐਜ਼ ਸਿੰਪਲ ਟਿਸ਼ੂਜ਼। ਇਹਨਾਂ ਨੂੰ ਕੀ ਹੈ ਸਿੰਪਲ ਟਿਸ਼ੂ ਕਿਹਾ ਜਾਂਦਾ। ਈਚ ਬੀਂਗ ਮੇਡ ਅਪ ਆਫ ਵਨ ਟਾਈਪ ਆਫ ਸੈੱਲ। ਇਹਨਾਂ ਦੇ ਵਿੱਚ ਕੀ ਹੈ ਸਿੰਗਲ ਟਾਈਪ ਆਫ ਸੈੱਲਸ ਹੁੰਦੇ ਨੇ, ਇਸ ਕਰਕੇ ਇਹਨਾਂ ਨੂੰ ਸਿੰਪਲ ਟਿਸ਼ੂਜ਼ ਕਿਹਾ ਜਾਂਦਾ। ਨੈਕਸਟ ਕੀ ਹੈ ਫਾਈਬਰਸ ਐਂਡ ਸਟੋਨਸ, ਜਸਟ ਅ ਸਮॉल ਟॉपिक। रोप्स, मैट्स एंड सर्टन टैक्सटाइल्स आर मेड अप ऑफ प्लांट फाइबर्स। ਕੀ ਆ ਰੋਪਸ ਲਾਈਕ ਰੱਸੀਆਂ ਜੋ ਹੁੰਦੀਆਂ ਨੇ, ਮੈਟਸ ਹੁੰਦੇ ਨੇ, ਜਾਂ ਸਰਟਨ ਹੋਰ ਕੁਛ ਟੈਕਸਟਾਈਲਸ ਦੇ ਸਬਸਟਾਂਸਿਸ ਹੁੰਦੇ ਨੇ ਜੋ ਕਿ ਆ ਪਲਾਂਟਸ ਦੇ ਫਾਈਬਰਸ ਤੋਂ ਬਣਦੇ ਨੇ, ਸੱਚ ਐਜ਼ ਦੋਜ਼ ਆਫ ਲੀਨਨ ਔਰ ਹੈਂਪ। ਹੈਂਪ ਕੀ ਹੁੰਦਾ ਟਫ ਫਾਈਬਰ ਹੁੰਦੇ ਨੇ, ਡਿਫਰੈਂਟ ਟਾਈਪ ਆਫ ਟਫ ਫਾਈਬਰ ਬਹੁਤ ਜੋ ਹਾਰਡ ਹੋਣਗੇ ਜਿਨ੍ਹਾਂ ਨੂੰ ਕੀ ਆ ਰੋਪਸ ਜਾਂ ਮੈਟਸ ਬਣਾਉਣ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਥੀਸ ਫਾਈਬਰਸ ਆਰ ਦਾ ਸਕਲੇਰਨਕਾਈਮਾ ਸੈਲਸ। ਇਹ ਕੀ ਆ ਸਕਲੇਰਨਕਾਈਮਾ ਸੈਲਸ ਹੀ ਹੁੰਦੇ ਨੇ ਜੋ ਅਸੀਂ ਹੁਣੇ ਸਟੱਡੀ ਕਰ ਰਹੇ ਨੇ ਲਾਸਟ ਸੀ ਏਰੀਆ ਦੇ ਵਿੱਚ, ਦਿਸ ਵਨ। ਨੈਕਸਟ ਦਾ ਹਾਰਡ ਵਾਲਨਟ ਸ਼ੈਲ। ਜੋ ਵਾਲਨਟ ਦਾ ਸ਼ੈਲ ਹੁੰਦਾ ਬਹੁਤ ਹਾਰਡ ਹੁੰਦੇ ਨੇ। ਐਂਡ ਦਾ ਗ੍ਰਿਟੀ ਮਾਸਿਸ ਇਨ ਦਾ ਸਕਿਨ ਐਂਡ ਦ ਪਲਪ ਆਫ ਪੀਅਰ ਜੋ ਫਰੂਟ ਹੁੰਦਾ ਉਹਦੇ ਵਿੱਚ ਜੋ ਗ੍ਰਿਟੀ ਮਾਸਿਸ ਹੁੰਦੇ ਨੇ ਜਾਂ ਉਹਦਾ ਅੰਦਰ ਪਲਪ ਹੁੰਦਾ, ਇਹ ਵੀ ਇੱਕ ਕਾਈਂਡ ਆਫ ਟਿਸ਼ੂ ਨੇ। ਆਰ ਮੇਡ ਅਪ ਆਫ ਸਕਲੇਰਨਕਾਈਮਲ ਸੈਲਸ। ਇਹ ਵੀ ਸਕਲੇਰਨਕਾਈਮਲ ਸੈਲਸ ਤੋਂ ਬਣੇ ਨੇ। ਹੇਅਰ ਨੋਨ ਐਜ਼ ਇਹਨਾਂ ਨੂੰ ਸਟੋਨ ਸੈਲਸ ਬੋਲਿਆ ਜਾਂਦਾ। ਇੱਕ ਜਸਟ ਸਮॉल ਟॉपिक ਅਬਾਊਟ ਫਾਈਬਰਸ ਐਂਡ ਸਟੋਨਸ। these are not such stones ਨਹੀਂ, ਇਹਨਾਂ ਨੂੰ ਉਹ ਵਾਲੇ ਸਟੋਨਸ ਨਹੀਂ ਬੋਲ ਸਕਦੇ ਜੋ ਪੈਬਲਸ ਔਰ ਸਟੋਨਸ ਹੁੰਦੇ ਨੇ। these are somewhat different। ਇਹ ਸਟੋਨ ਸੈਲਸ ਬਹੁਤ ਡਿਫਰੈਂਟ ਨੇ ਜੋ ਹਾਰਡ ਵਾਲਨਟ ਸ਼ੈਲਸ ਦੇ ਵਿੱਚ ਹੋਣਗੇ ਜਾਂ ਪੀਅਰਸ ਦੇ ਪਲਪ ਦੇ ਅੰਦਰ ਹੋਣਗੇ। ਸੋ ਦਿਸ ਵਾਜ਼ ਦ ਟੋਪਿਕ ਅਬਾਊਟ ਟਿਸ਼ੂਜ਼, ਜਸਟ ਅ ਬਰੀਫ ਇਨਫੋਰਮੇਸ਼ਨ ਅਬਾਊਟ ਟਿਸ਼ੂਜ਼। ਦੈਨ ਦ ਟਾਈਪਸ ਆਫ ਟਿਸ਼ੂਜ਼, ਪਲਾਂਟ ਟਿਸ਼ੂ, plants tissue ਦੇ ਅੰਦਰ ਸਬ ਟਾਈਪਸ, first meristematic tissues, second permanent tissues. Next topic we'll discuss about the conducting tissues of a plant, then we'll discuss about the animal tissues later on. Thanks for watching this video.